ਜਿਹੜਾ ਸੋਫੀ ਹੈ ਕਿ ਨਹੀਂ ਹੈ, ਪਹਿਲਾਂ ਉਹ ਟੈਸਟ ਕਰੋ, ਫਿਰ ਮੈਂ ਉਹਦੀ ਗੱਲ ਦਾ ਜਵਾਬ ਦਊਂ। ਐ ਤਾਂ ਮੈਂ ਕੇਜਰੀਵਾਲ ਸਾਹਿਬ ਖਿਲਾਫ ਵੀ ਕੁਛ ਨਹੀਂ ਬੋਲਦਾ ਤੇ ਫਿਰ ਮੇਰੀ ਉਹਦੇ ਨਾਲ ਕੀ ਸਾਂਠ ਗਾਠ ਇਹਨੂੰ ਪਤਾ। ਇਸ ਲਈ ਉਹ ਨਾ ਮੇਰਾ ਫਿਕਰ ਕਰੋ, ਬਾਲਾ ਉਹਦਾ ਦਿਲ ਨੂੰ ਵੀ ਲਾਇਆ ਕਰੋ। ਉਹਨੇ ਇਹੀ ਦੱਸਣਾ ਸੀ ਕਿ ਮੈਂ ਮੁੜਿਆ ਆ, ਮੇਰੀ ਲੱਥ ਗਈ ਹੈ, ਹੁਣ ਮੈਨੂੰ ਸਵਾਲ ਕਰ ਲਓ, ਤੁਹਾਨੂੰ ਦੱਸਣਾ ਸੀ। ਬੜੀ ਹੈਰਾਨਗੀ ਹੁੰਦੀ ਹੈ ਔਰ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਆਸ਼ਾ ਵਰਕਰਸ ਹੋ ਗਈਆਂ, ਫਾਰਮਾਸਿਸਟ ਹੋ ਗਏ, ਅੱਜ ਵੀ ਉਹਨਾਂ ਦੀ ਖਬਰ ਲੱਗੀ ਹੈ, ਜਿਹੜੀ ਡੇਲੀ ਗਰਾਊਂਡ ਵਰਕ ਕਰ ਰਹੇ ਆ, ਸਾਡੇ ਹੈਲਥ ਵਾਰੀਅਰਸ ਘਰ ਘਰ ਜਾ ਰਹੇ ਆ, ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ। ਜਦੋਂ ਡਾਕਟਰ ਮਨਮੋਹਨ ਸਿੰਘ ਜੀ ਮੈਨੀਫੈਸਟੋ ਰਿਲੀਜ਼ ਕੀਤਾ, ਉਸ ਮੈਨੀਫੈਸਟੋ 'ਚ ਕਿ ਪਹਿਲੀ ਕੈਬਨਿਟ 'ਚ ਤੁਹਾਨੂੰ ਕੱਚਿਆਂ ਤੋਂ ਪੱਕੇ ਔਰ ਤੁਹਾਡੀ ਆਸ਼ਾ ਵਰਕਰ ਦੀਆਂ ਸਾਰੀਆਂ ਡਿਮਾਂਡ, ਫਾਰਮਾਸਿਸਟ ਦੀਆਂ ਸਾਰੀਆਂ ਡਿਮਾਂਡਸ, ਡਾਕਟਰ ਦੀਆਂ ਕੰਟਰੈਕਚੁਅਲ ਸਾਰੀਆਂ ਡਿਮਾਂਡਸ, ਇਹ ਸਾਰੀਆਂ ਮੀਟ ਹੋਣਗੀਆਂ। ਗੁਰਜੀਤ ਔਜਲਾ ਜੀ ਨੇ ਮੇਰਾ ਕਹਿਣ ਦਾ ਭਾਵ ਕਿ ਕੋਵਿਡ ਨੂੰ ਤਾਂ ਇੱਕ ਬਹਾਨਾ ਸਰਕਾਰ ਨੇ ਫੜ ਲਿਆ ਠੱਗੀ ਮਾਰਨ ਦਾ। EMC ਹਸਪਤਾਲ ਸਰਕਾਰੀ ਥਾਂ ਸੀ, ਚੈਰੀਟੇਬਲ ਹਸਪੀਟਲ ਦੀ ਜਗ੍ਹਾ ਦਿੱਤੀ ਗਈ ਤੇ ਉੱਥੇ ਚੈਰਿਟੀ ਤਾਂ ਹੁੰਦੀ ਨਹੀਂ, ਉੱਥੇ ਤਾਂ ਲੋਕਾਂ ਨਾਲ ਫਰਜ਼ੀ ਕੰਮ ਹੁੰਦੇ ਆ, ਮਤਲਬ ਫਰਾਡ ਹੁੰਦਾ ਕਿ ਪੰਜਾਬ ਸਰਕਾਰ ਨੇ ਤਾਂ ਹੁਣ ਵਿਜੀਲੈਂਸ ਤੋਂ ਬਦਲ ਕੇ ਇਨਕੁਆਇਰੀ ਪੁਲਿਸ ਨੂੰ ਦੇ ਦਿੱਤੀ ਹੈ ਤੇ ਸਿੱਧਾ ਐਡਵਾਂਟੇਜ ਜਿਨ੍ਹਾਂ ਦੀਆਂ ਬੇਲਾਂ ਲੱਗੀਆਂ ਉਹਨਾਂ ਨੂੰ ਮਿਲੂਗਾ ਔਰ ਉਹਨਾਂ ਨੂੰ ਫਾਇਦਾ ਹੋ ਜਾਊਗਾ, ਲੋਕ ਤਰਸਦੇ ਰਹਿ ਜਾਣਗੇ। ਕੁੱਲੀ ਲੈਬ ਦਾ ਤਾਂ ਅਸੀਂ ਨਾਂ ਨਹੀਂ ਸੁਣਿਆ ਸੀ ਕਦੇ ਅੰਮ੍ਰਿਤਸਰ 'ਚ, ਇਹ ਰੌਲੇ ਤੋਂ ਬਾਅਦ ਸੁਣ ਲਿਆ। ਵੱਡੀਆਂ ਲੈਬਾਂ ਨੂੰ ਛੱਡ ਕੇ ਇੱਕ ਲੈਬ ਦਾ ਪ੍ਰਚਾਰ ਕਰ ਰਿਹਾ ਕਿ ਅੱਜ ਇਹ ਇੰਨੇ ਟੈਸਟ ਕਰ ਰਿਹਾ, ਆਉਣ ਵਾਲੇ ਸਮੇਂ 'ਚ 1000 ਟੈਸਟ ਰੋਜ਼ ਕਰੂਗਾ। ਇਹ ਤਾਂ ਉਹਦੇ ਬਣ ਗਏ ਸੇਲਸਮੈਨ ਬਣ ਗਏ। ਉਹਦੇ ਡਾਕਟਰ ਹੀ ਆ, ਜਦੋਂ ਸਾਰਾ ਕੁਝ ਹੀ ਗੋਲਮਾਲ ਕਰ ਦੇਣਾ ਤੇ ਫਿਰ ਉਹਦੀ ਕਲਾਕਾਰੀ ਆ। ਦੇਖੋ, ਪੰਜਾਬ ਪੁਲਿਸ ਨੂੰ ਇੱਕ ਗੱਲ ਦੀ ਤਾਂ ਵਧਾਈ ਦਿੰਦਾ ਮੈਂ, ਕੈਪਟਨ ਸਾਹਿਬ ਨੂੰ, ਕਿ ਕਰੋਨਾ ਮਾਰਨ ਦਾ ਇਹਨਾਂ ਨੇ ਦੁਨੀਆ 'ਚ ਨਵੇਕਲਾ ਹੀ ਕਦਮ ਲੱਭਿਆ। ਇੱਕ ਤਾਂ ਡਾਂਗ ਮਰਵਾਉਂਦੇ ਪੰਜਾਬ ਪੁਲਿਸ ਤੋਂ, ਤਾਂ ਇਹ ਕਰੋਨਾ ਮਾੜੀ ਮੋਟੀ ਕਾਬੂ ਕਰ ਲੈਂਦੇ, ਜਾਂ ਇਹ ਜਿਹੀਆਂ ਲੈਬਾਂ ਨੂੰ ਦੇ ਦਿੰਦੇ ਕੰਮ, ਜਿਹੜਾ ਨੈਗੇਟਿਵ ਦਾ ਪੋਜ਼ਿਟਿਵ, ਪੋਜ਼ਿਟਿਵ ਦਾ ਨੈਗੇਟਿਵ, ਗੋਲਮਾਲ ਜਿਹੜਾ ਕਾਗਜ਼ਾਂ 'ਚ ਕਰ ਦਿੰਦੇ। ਤਦੇ ਹੁਣ ਐਡਾ ਕਹਿਰ ਫੈਲ ਰਿਹਾ, ਅਸਲੀਅਤ ਕੁਝ ਹੋਰ ਹੈ, ਕੰਮ ਕੁਝ ਹੋਰ ਹੋਈ ਜਾ ਰਿਹਾ। ਇਸ ਲਈ ਇਹਦੇ ਸਾਰੇ ਕੰਮ ਲਈ ਤਾਂ ਵੱਡਾ ਧੰਨਵਾਦ ਡਾਕਟਰ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਦਾ ਹੀ ਕਰਨਾ ਵਾ। ਇਸ਼ੂਜ਼ ਬਣੇ ਪਏ ਅੱਜ ਅਖਬਾਰਾਂ 'ਚ, ਇੱਕ ਰਿਪੋਰਟ ਹੋਇਆ ਔਰ ਇੱਕ ਮੈਂ ਪਿਛਲੀ ਵਾਰੀ ਉਹਦਾ ਥੋੜਾ ਜਿਹਾ ਤੁਹਾਨੂੰ ਦੱਸਿਆ ਸੀ, ਮਗਰ ਉਹ ਅੱਜ ਸਾਰਾ ਡਿਟੇਲਸ ਲੈ ਕੇ ਆਏ ਆ ਕਿ ਕਿਵੇਂ ਕੋਵਿਡ ਦੇ ਸਮੇਂ 'ਚ ਕੋ ਬੜੀ ਹੈਰਾਨਗੀ ਹੁੰਦੀ ਹੈ ਔਰ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਆਸ਼ਾ ਵਰਕਰਸ ਹੋ ਗਈਆਂ, ਫਾਰਮਾਸਿਸਟ ਹੋ ਗਏ, ਅੱਜ ਵੀ ਉਹਨਾਂ ਦੀ ਖਬਰ ਲੱਗੀ ਹੈ, ਜਿਹੜੀ ਡੇਲੀ ਗਰਾਊਂਡ ਵਰਕ ਕਰ ਰਹੇ ਆ, ਸਾਡੇ ਹੈਲਥ ਵਾਰੀਅਰਸ ਘਰ ਘਰ ਜਾ ਰਹੇ ਆ, ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ। ਉਹਨਾਂ ਨਾਲ ਵਾਅਦਾ ਸੀ ਸਰਕਾਰ ਦਾ ਕਿ ਜੋ ਉਹਨਾਂ ਨੇ ਡਿਮਾਂਡਾਂ 2017 'ਚ ਖਜ਼ਾਨਾ ਮੰਤਰੀ ਸਾਹਿਬ ਅੱਗੇ ਰੱਖੀਆਂ ਸਨ, ਮੁੱਖ ਮੰਤਰੀ ਸਾਹਿਬ ਅੱਗੇ ਰੱਖੀਆਂ ਸਨ, ਉਹਨਾਂ ਨੂੰ ਇਹ ਕਿਹਾ ਗਿਆ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਮੈਨੀਫੈਸਟੋ ਰਿਲੀਜ਼ ਕੀਤਾ, ਉਸ ਮੈਨੀਫੈਸਟੋ 'ਚ ਕਿ ਪਹਿਲੀ ਕੈਬਨਿਟ 'ਚ ਤੁਹਾਨੂੰ ਕੱਚਿਆਂ ਤੋਂ ਪੱਕੇ ਔਰ ਤੁਹਾਡੀ ਆਸ਼ਾ ਵਰਕਰ ਦੀਆਂ ਸਾਰੀਆਂ ਡਿਮਾਂਡ, ਫਾਰਮਾਸਿਸਟ ਦੀਆਂ ਸਾਰੀਆਂ ਡਿਮਾਂਡਸ, ਡਾਕਟਰ ਦੀਆਂ ਕੰਟਰੈਕਚੁਅਲ ਸਾਰੀਆਂ ਡਿਮਾਂਡਸ, ਇਹ ਸਾਰੀਆਂ ਮੀਟ ਹੋਣਗੀਆਂ। ਇੱਕ ਪਾਸੇ ਜਿਹੜੇ ਫਰੰਟ ਲਾਈਨ ਤੇ ਸਾਡੇ ਕੋਵਿਡ ਵਾਰੀਅਰਸ, ਉਹ ਜਿਹੜੇ ਇੰਟਰਨਸ ਨੇ, ਡਾਕਟਰਸ ਜਿਨ੍ਹਾਂ ਦੀ ਹੁਣੇ ਪਿਛਲੇ ਸਮੇਂ ਉਹਨਾਂ ਨੂੰ ਵੀ ਮਾਰ ਮਾਰੀ ਸੀ, MBBS ਦੀਆਂ ਫੀਸਾਂ ਪੰਜਾਬ 'ਚ ਸਭ ਤੋਂ ਵੱਧ ਕਰਤੀਆਂ 8 ਲੱਖ ਰੁਪਈਆ, ਤੇ ਉਹਨਾਂ ਦੀ ਇੰਟਰਨਸ ਦਾ ਜਿਹੜਾ ਸਟਾਈਪੈਂਡ ਹੈ ਉਹ ਸਭ ਤੋਂ ਘੱਟ, ਉਹਨਾਂ ਦੇ ਵੱਖਰੇ ਮੁੱਦੇ, ਮਗਰ ਉਹਨਾਂ ਵੱਲ ਕੋਈ ਧਿਆਨ ਨਹੀਂ। ਖਜ਼ਾਨੇ ਨੂੰ ਲੁੱਟਣਾ ਕਿਵੇਂ ਔਰ ਖਜ਼ਾਨੇ 'ਚੋਂ ਠੱਗੀ ਕਿਵੇਂ ਮਾਰਨੀ, ਅੱਜ ਉਹਦਾ 2-3 ਉਦਾਹਰਨ ਮੈਂ ਲੈ ਕੇ ਆਇਆ। ਇੱਕ ਤਾਂ ਅੱਜ ਖਬਰ ਲੱਗੀ ਹੈ ਕਿ 17 ਇਨੋਵਾ ਗੱਡੀਆਂ ਲੈ ਲੀਆਂ ਨੇ ਤੇ ਵੰਡਤੀਆਂ ਨੇ, 5 ਹੋਰ ਲੈ ਲਿਆ। ਜੇ ਉਹਨਾਂ ਦਾ ਸਾਰਾ ਹਿਸਾਬ ਲਵਾਓ, 5.5 ਕਰੋੜ ਰੁਪਈਆ ਹੈਲਥ ਦੇ ਕਿਸੇ ਕੰਮ ਲਈ ਨਹੀਂ ਦਿੱਤਾ, ਮਗਰ ਉੱਥੇ ਖਰਚ ਕਰਤਾ। ਔਰ ਵੱਡੀ ਠੱਗੀ ਵੇਖੋ
ਜਿਹੜਾ ਇੱਕ ਵਜ਼ੀਰ ਸਾਹਿਬ ਕਹਿੰਦੇ ਕਿ ਮੇਰੇ ਤੋਂ ਇਮਾਨਦਾਰ ਕੋਈ ਹੈ ਨਹੀਂ, ਉਹਨਾਂ ਨੇ ਕਾਬਦਾ ਲਾਇਆ। ਇਹਦੀ ਅਪਾਇੰਟਮੈਂਟ ਲੈਟਰ ਹੈ, ਮੈਂ ਉਦੋਂ ਥੋੜੀ ਵਿਖਾਈ ਸੀ ਤੁਹਾਨੂੰ। ਸਿਧਾਰਥ ਸ਼ੰਕਰ ਸ਼ਰਮਾ ਪ੍ਰੋਫੈਸ਼ਨਲ ਐਡਵਾਈਜ਼ਰ। ਹੁਣ ਇਹਨੇ ਪ੍ਰੋਫੈਸ਼ਨਲ ਐਡਵਾਈਸ ਦੇਣੀ ਕਿਹਨੂੰ ਹੈ? ਜਿਨ੍ਹਾਂ ਬੰਦਿਆਂ ਨੂੰ ਇਹ ਪ੍ਰੋਫੈਸ਼ਨਲ ਐਡਵਾਈਸ ਦੇ ਰਿਹਾ ਹੈ ਉਹ ਇੱਕ ਤਾਂ ਹੈ ਜੀ ਆਪਣਾ ਸਟੇਟ ਕੋਆਪਰੇਟਿਵ ਬੈਂਕ, ਜਿਹਦੇ IAS ਅਫਸਰ ਮੈਨੇਜਿੰਗ ਡਾਇਰੈਕਟਰ ਨੇ, ਔਰ RCS ਸਾਹਿਬ ਜਿਹੜੇ ਬੜੇ ਗਰਗ ਸਾਹਿਬ ਉਹਨੂੰ ਡਿਪਾਰਟਮੈਂਟ ਨੂੰ ਹੈਂਡਲ ਕਰਦੇ ਆ, ਔਰ ਇਸੇ ਤਰ੍ਹਾਂ ACS ਜਿਹੜਾ ਚੀਫ ਸੈਕਟਰੀ ਲੈਵਲ ਦੇ ਬੰਦੇ ਆ, ਐਡੀਸ਼ਨਲ ਚੀਫ ਸੈਕਟਰੀ, ਉਹ ਹੈਂਡਲ ਕਰਦੇ ਆ। ਫਿਰ ਮਿਲਕਫੈਡ ਇਹ ਉਹਨੂੰ ਵੀ ਐਡਵਾਈਸ ਦੇਣਗੇ। ਮਿਲਕਫੈਡ ਨੂੰ ਕੌਣ ਕਰ ਰਿਹਾ ਹੈ? ਕਮਲਜੀਤ ਸੰਘਾ, ਜਿਹਨੇ ਸਾਰੀ ਉਮਰ ਕੋਆਪਰੇਟਿਵ ਮੂਵਮੈਂਟ 'ਚ ਕੰਮ ਕੀਤਾ, ਕੋਆਪਰੇਟਿਵ ਮਹਿਕਮੇ 'ਚ ਕੰਮ ਕੀਤਾ, ਔਰ IAS ਰਿਟਾਇਰ ਹੋਇਆ, DC ਵੀ ਲੱਗੇ ਰਹੇ। ਹੁਣ ਉਹਨਾਂ ਨੂੰ ਕੀ ਇਹਨਾਂ ਨੇ ਐਡਵਾਈਸ ਦੇਣੀ ਹੈ? ਰੱਬ ਜਾਣਦਾ, ਜਿਹਨੂੰ ਆਪ ਹਿਸਾਬ ਦਾ ਪਤਾ। ਮਾਰਕਫੈਡ 'ਚ ਵਰਮ ਰੋਜਨ ਸੀਨੀਅਰ ਆਈਸ ਅਫਸਰ, ਸ਼ੂਗਰਫੈਡ 'ਚ ਪੁਨੀਤ ਗੋਇਲ IAS ਅਫਸਰ MD, ਇਸੇ ਤਰ੍ਹਾਂ ਐਗਰੀਕਲਚਰ ਡਿਵੈਲਪਮੈਂਟ ਬੈਂਕ 'ਚ ਚੰਦਰਦੇਵ ਮਾਨ। ਇਹ ਜਿੰਨੇ ਮਹਿਕਮੇ ਮੈਂ ਤੁਹਾਨੂੰ ਗਿਣਾ ਰਿਹਾ, ਇਹ ਆਲ ਆਰ ਹੈਡਡ ਬਾਏ IAS ਅਫਸਰ ਵਿਦ ਜਿਨ੍ਹਾਂ ਦੀ ਸਾਰੀ ਸਰਵਿਸ ਕੋਈ 20 ਸਾਲ 25 ਸਾਲ 30 ਸਾਲ ਤੋਂ ਵੱਧ ਹੋਣੀ, ਘੱਟ ਕਿਸੇ ਦੀ ਨਹੀਂ। ਹੁਣ ਇਹਨਾਂ ਨੂੰ ਜਿਹੜੇ ਮਾਸ਼ੇ ਇੱਕ ਇਲੀਗਲ ਅਪਾਇੰਟਮੈਂਟ ਕਰਕੇ, ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿੰਨੇ ਵੀ ਐਡਵਾਈਜ਼ਰ ਲੱਗਦੇ ਆ ਉਹਦੀ ਅਪਰੂਵਲ ਸਿਰਫ ਤੇ ਸਿਰਫ ਕੈਬਨਿਟ ਕਰਦੀ ਹੈ। ਵਿਦਆਊਟ ਕੈਬਨਿਟ ਅਪਰੂਵਲ ਇਲੀਗਲ ਤੌਰ ਤੇ ਖਜ਼ਾਨੇ ਨੂੰ ਖੋਰਾ ਲਾਉਂਦੇ ਹੋਏ ਇੱਕ ਬੰਦੇ ਨੂੰ ਅਪਾਇੰਟ ਕਰਤਾ ਗਿਆ। ਸਿਰਫ ਇਸ ਲਈ ਕੀਤਾ ਗਿਆ ਕਿ ਇਹਦੇ ਨਾਲ ਮੰਤਰੀ ਨੇ ਰਲ ਕੇ ਠੱਗੀ ਮਾਰਨੀ ਹੈ, ਹੋਰ ਕੋਈ ਕਾਰਨ ਨਹੀਂ। ਔਰ ਸ਼ਾਇਦ ਪਹਿਲੀ ਵਾਰੀ ਹੋਇਆ, ਹੁਣ ਤੁਸੀਂ ਆਏ ਹੋ ਵੱਖ-ਵੱਖ ਚੈਨਲਾਂ ਤੋਂ, ਜਿਹੜੇ ਚੈਨਲ ਨਾਲ ਸੰਬੰਧਿਤ ਹੋ, ਤੁਹਾਡੀ ਪੇ ਸਲਿੱਪ ਉਸੇ ਚੈਨਲ ਤੋਂ ਆਉਂਦੀ ਹੈ ਨਾ। ਆ ਕੱਲਾ ਹੀ ਬੰਦਾ ਹੈ, ਸ਼ਾਇਦ ਇਹਦਾ ਵੀ ਰਿਕਾਰਡ ਹੀ ਕਾਇਮ ਕਰਤਾ ਸੁਖੀ ਰੰਧਾਵੇ ਨੇ, ਠੱਗ ਨੇ, ਕਿ ਇਹ 8 ਮਹਿਕਮੇ ਤੋਂ ਸੈਲਰੀ ਰਹੂ, ਤੇ ਸੈਲਰੀ ਕਿੰਨੀ ਆ ਗਈ? 2,60,000 ਰੁਪਈਆ। ਮੇਰਾ ਸਵਾਲ ਹੈ ਕਿ ਇਸ ਬੰਦੇ 'ਚ ਐਡੀ ਖੂਬੀ ਕੀ ਹੈ ਕਿ ਇਹਦੀ ਤਨਖਾਹ ਚੀਫ ਸੈਕਟਰੀ ਨਾਲੋਂ ਵੱਧ, ਇਹਦੀ ਤਨਖਾਹ ਮੁੱਖ ਮੰਤਰੀ ਨਾਲੋਂ ਵੱਧ, ਇਹਦੀ ਤਨਖਾਹ ਮੰਤਰੀਆਂ ਨਾਲੋਂ ਵੱਧ, ਇਹਦੀ ਤਨਖਾਹ MLA ਨਾਲੋਂ ਵੱਧ। ਇਹ ਜਿੰਨੇ ਅਫਸਰ, ਚਾਹੇ ਉਹ ਬਿਊਰੋਕਰੈਟ ਹੈ ਤੇ ਚਾਹੇ ਮੁੱਖ ਮੰਤਰੀ ਸਾਹਿਬ ਹੈ, ਸਭ ਤੋਂ ਦੁੱਗਣੀ ਤਨਖਾਹ ਮਾਸ਼ੇ ਲੈ ਰਹੇ। ਇਹਦੇ 'ਚ ਐਡੀ ਕਾਬਲੀਅਤ ਕਿਹੜੀ ਹੈ? ਜਿਹੜਾ ਇਲੀਗਲ ਆਰਡਰ ਕਰਕੇ ਵਿਦਆਊਟ ਕੈਬਨਿਟ ਅਪਰੂਵਲ ਇਹਨਾਂ ਨੂੰ ਬਲੇਟੈਂਟ ਜਿਹੜੀ ਐਕਸਚੈਕਰ ਦੀ ਲੁੱਟ ਹੋ ਰਹੀ ਹੈ, ਉਹ ਪਿਛਲੇ ਪੌਣੇ 2 ਸਾਲ ਤੋਂ ਜਾਰੀ ਹੈ। ਔਰ ਇਹ ਸਾਰੇ ਚੁੱਪ ਕਿਉਂ ਬੈਠੇ ਰਹੇ ਅਫਸਰ ਸਾਹਿਬਾਨ ਵਿੱਚ? ਇਸ ਲਈ ਇਹਦੀ ਜਿਹੜੀ ਇਲੀਗਲ ਅਪਾਇੰਟਮੈਂਟ ਹੈ, ਜਿਹਦਾ ਕੋਈ ਕੈਬਨਿਟ ਦੀ ਅਪਰੂਵਲ ਨਹੀਂ, ਉਹਦੀ ਇਨਕੁਆਇਰੀ ਹੋ ਕੇ, ਪਰਚਾ ਦਰਜ ਹੋ ਕੇ ਪੈਸੇ ਦੀ ਰਿਕਵਰੀ ਹੋਵੇ। ਕਿਉਂਕਿ ਇਸ ਨੂੰ ਕੱਲਾ ਇਸ ਲਈ ਨਹੀਂ ਵਰਤਿਆ ਜਾ ਰਿਹਾ। ਔਰ ਇਹ ਜਿਹੜਾ ਗੋ ਡਿਜਿਟ ਦਾ ਟੈਂਡਰ ਹੋਇਆ ਨਾ, ਉਹਦੇ 'ਚ ਇੱਕ ਮੈਂਬਰ ਸਨ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਪ੍ਰਾਈਵੇਟ ਬੰਦਾ ਹੈ ਉਹਨੂੰ ਮੈਂਬਰ ਦੇ, ਇਹਨੂੰ ਕਮੇਟੀ ਦਾ ਮੈਂਬਰ ਮੰਤਰੀ ਨੇ ਕਿੱਥੋਂ ਲਾਤਾ? ਔਰ ਉਸ ਕਮੇਟੀ ਦਾ ਜਿਹੜਾ ਚੇਅਰਮੈਨ ਸੀ, ਕਹਿੰਦੇ ਜੇ ਕੋਈ ਲੋੜ ਪੈ ਜਾਏ ਉਹਦੇ ਨਾਲ ਨਾ ਗੱਲ ਕਰਿਓ, ਆਰਡਰ ਹੈ ਥੱਲੇ, ਆਪ ਵਿਖਾ ਦਿਓ ਆਰਡਰ ਅਗਲਾ। ਕਹਿੰਦੇ ਆਫਿਸਰਸ ਰਿਜ਼ਰਵ ਦ ਰਾਈਟ ਟੂ ਪੋਸਟਪੋਨ or reject any of the offers without assessing any reason. Should you have any questions or concerned about any above mentioned details, please contact Siddharth Sharma Advisor, Department of Corporation. ਉਹਦਾ ਨੰਬਰ ਵੀ ਦੇਤਾ for clarification before bidding. ਮਤਲਬ ਕਿ ਇਹ ਜਿਹੜੀ ਠੱਗੀ ਮਾਰਨੀ ਹੈ, ਇਹਦੀ ਸਲਾਹ ਜੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਤੁਹਾਨੂੰ ਚੇਅਰਮੈਨ ਕਮੇਟੀ ਬਣੀ ਹੈ, ਉਸ ਚੇਅਰਮੈਨ ਨੂੰ ਨਹੀਂ ਪੁੱਛਣ ਦੀ ਲੋੜ ਕਮੇਟੀ ਦੇ, ਇਹਨੂੰ ਪੁੱਛਿਓ ਜਿਹੜਾ ਇਲੀਗਲੀ ਅਪਾਇੰਟਡ ਹੈ, ਜਿਹਨੂੰ ਗੱਡੀ ਵੀ ਦਿੱਤੀ ਹੈ, ਤੇਲ ਦਾ ਖਰਚਾ ਵੀ ਹੋ ਰਿਹਾ, ਗੱਡੀ ਵੀ ਦਿੱਤੀ ਉਹਨੂੰ 28-30 ਲੱਖ ਦੀ, 2,60,000 ਰੁਪਈਆ ਉਹਨੂੰ 8 ਮਹਿਕਮਿਆਂ ਤੋਂ ਵੀ ਜਾ ਰਿਹਾ। ਔਰ ਜਿਹੜੇ ਮਹਿਕਮਿਆਂ ਤੋਂ ਜਾ ਰਿਹਾ ਉਹ ਕਈ ਮਹਿਕਮਿਆਂ ਦੇ ਤਾਂ ਆਪ ਵਿਚਾਰਿਆਂ ਦੀ ਤਨਖਾਹ ਦੇਣ ਦੇ ਆਪਣੇ ਸਟਾਫ ਨੂੰ ਪੈਸੇ ਨਹੀਂ ਹੈ। ਦੇਖੋ ਤੁਸੀਂ
ਆ महकमे पिछे सच आ PADB महकमे तो भी इन्हों जा रही है 20,000 रुपया। PADB महकमे ने 213 करोड़ कोऑपरेटिव बैंक तो पैसे ले नबार्ड नूं रीपे करन वास्ते। तो फिर यह जे बंदे नूं तुसीं लाया क्यों, जिहड़ा अगे खर्चे का घर पैदा हो रहा। एक पासे दा तुसीं लोन लै रहे हो आपदे बैंक की अदायगी पूरी करने वास्ते, ते दूजे पासे उन्होंने ला रहे हो। फिर इस तरह ये PICT ये जरा चैक कराओ कि यदि आमदन की है। आप बिल्कुल काम खत्म, नो सोर्स ऑफ इनकम, नो सरप्लस फंड। फिर दूजा महकमा जिहड़ा इहनूं तनख्वाह दे रहा है पनको फेड, नो सोर्स ऑफ रेवेन्यू, नो सरप्लस फंड। इस तरह शुगर फेड ਉਹਦੇ तो तनख्वाह दी जा रही है। तो 600 करोड़ रुपए का गन्ने के किसानों का बकाया है, 1.5 साल का 2 साल का। बाजवा साहब ने भी चिट्ठी लिखी है तो वह पैसे दे देंगे, मगर ओह जे किसानों की हक की कमाई के पैसे दिते नहीं जा रहे, मगर मन मर्जियां करने वास्ते जिहड़ा बंदे रल के मंत्री नाल सुखी चोर नाल रल के कोई लुट करा सके उहदी अपॉइंटमेंट इत्थे कीती जा रही है अगेंस्ट ऑल नॉर्म्स। कोई भी एडवाइजर जे लगता CM साहब की अप्रूवल तो बाद वो कैबिनेट च आउंदा है, कैबिनेट च ओदी सारियां तनख्वाहां जिवें साडी सरकार वेले बैंस साहब एडवाइजर लगे सी मीडिया दे जां होर लगे सी, या हुण दी सरकार च TS शेरगिल लगे आ जां रवीन टकराल लगे आ। तुसीं ये वेख लो, और रवीन टकराल दी भी तनख्वाह इहदे तो घट है। ओदी तनख्वाह मैं हुणे कढ के लिआया सी। रवीन टकराल की तनख्वाह 1.5 लाख पर मंथ, मगर ये भाई साहब ने पता नहीं केड़ी एडवाइस सुखी नूं देनी है कि यदी तनख्वाह 2,60,000 रुपये करती है, और उन्होंने महकमिया तो करती है जिन्हां दे कोल आप दे कोल महकमिया च पैसे नहीं, उन्हां दे आप दे इंपलॉइज कई था रौला पाउंदे फिरदे। और ये मैं जो कढ के लिआया ये सिद्धार्थ शर्मा दी ना, जिवें लखी कबूतर का मैं रिजल्ट कढ़िया सी, तुसी कढ लिओ। ये एक्स इंश्योरेंस का काम करता रहा, उन्होंने एजेंट ही रहा। एक कंपनियां ने दो तीन कंपनियां, कोई मैगना हो गई, एक अद्धी होर है, वो सारी डिटेल मैं होर कढ के लियाऊंगा, तुसी भी पता कर लिओ। सिर्फ तो सिर्फ इसनूं इसलिए अपॉइंट किया गया कि किवें ना किवें पंजाब दे खजाने की लुट करके उहदा डायरैक्ट बेनिफिट मंत्री आप लै सके। सिंगल बिडिंग टेंडर जिहड़ी अप्रूव हुई अफसरां दे विरोध के बावजूद, टेंडरिंग प्रोसैस नूं खत्म करके ईमेलिंग प्रोसैस फॉलो किया, जिहदा कोई प्रोसैस ही नहीं। CBC गाइडलाइनस की धज्जियां उड़ाईयां गईयां। और हुण वड्डी गल कि जिहड़ा ये सारा काम करा रहा सी, वो आप ओदी अपॉइंटमेंट इलीगल है, अगेंस्ट नॉर्म्स है, हर तरीके दे कानून नूं छिके टंग के इहनूं लाया गया। ये सारा कुछ तुहाडे कोल लैके आए। दूजी ही गल, जिहड़ा एक बड़ा वड्डा फ्रॉड हो रहा, और मैं धन्नवादी हाँ। वेखो अज उन्होंने चिट्ठी भी लिखी है इस बाबत। ये साडे सत्कारयोग MP साहब गुरजीत औजला जी ने, मेरा कहने का भाव कि कोविड नूं तो एक बहाना सरकार ने फड़ लिया ठगी मारन दा। अज गुरजीत औजले ने भी साहब ने चिट्ठी लिखी है, मुख मंत्री साहब नूं चिट्ठी लिखती। एक परचा दर्ज होंदा है ਅੰਮ੍ਰਿਤਸਰ तुली लैब की गल तुसी सुनी होनी। हुण तुली लैब अप्रूव किने कराई, वो जरा तुसी हुण वीडियो वेख लो, थोड़ी तसल्ली हो जूगी। Getting a private lab on board which has got an NABL accreditation and it's got the clearance from the ICMR. From next week we are going to start taking tests of private people who can go pay up and get themselves tested and get a clearance. So we are identifying a place in which you drive up in your car, a swab will be taken from your nose, and in the evening you get your report. So we plan to do around 30 to 40,000 minimum tests in Amritsar. So we can go up to, and we are planning to increase the testing. Right now Tulli alone has a test of 400 as of today. Yesterday new machines are coming, so 400 tests he can do today.
We are planning to ramp it up to 1,000 tests per day. So even if we do 1,000, that means in a month we can cover 30,000 people. The only way we can get an exit plan. ਇਹ ਹੁਣ ਕੋਈ ਹੋਰ ਨਹੀਂ, ਮੈਂ ਫੇਰ ਰਿਲੀਜ਼ ਕਰ ਦੂੰ। ਇਹ ਜਿਹੜਾ ਹਸਪਤਾਲ ਤੁੱਲੀ ਲੈਬ EMC ਹਸਪਤਾਲ ਦਾ ਬਾਰ-ਬਾਰ ਜ਼ਿਕਰ ਆ ਰਿਹਾ, ਕਹਿਣ ਦਾ ਭਾਵ ਕਿ ਇਹਨਾਂ ਦੇ ਖਿਲਾਫ ਸ਼ਿਕਾਇਤ ਕੀ ਹੋਈ। ਇੱਕ ਦੱਤਾ ਪਰਿਵਾਰ ਹੈ, ਇੱਕ ਖੁੱਲਰ ਪਰਿਵਾਰ ਹੈ, ਜਿਨ੍ਹਾਂ ਦੀ ਡਾਕਟਰ ਆਪ ਡਾਕਟਰ ਇਨ ਲੋ ਡਾਕਟਰ ਹੈ, ਉਹ 9 ਮੰਥ ਪ੍ਰੈਗਨੈਂਟ ਸੀ, ਉਹਦੀ ਜਾਨ ਨਾਲ ਖੇਡਿਆ ਗਿਆ, ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਕਰਤਾ। ਉਹਨੇ ਜਦ ਰੌਲਾ ਪਾਇਆ ਉਹਦਾ ਟੈਸਟ ਦੁਬਾਰ ਤੋਂ ਹੋਇਆ ਔਰ ਉਹ ਨੈਗੇਟਿਵ ਹੀ ਪਾਈ ਗਈ। ਮਗਰ ਇੱਕ 9 ਮੰਥ ਪ੍ਰੈਗਨੈਂਟ ਲੇਡੀ ਦੇ ਨਾਲ ਇਸ ਤਰੀਕੇ ਨਾਲ ਉਹਦੇ ਪਰਿਵਾਰ ਨਾਲ ਖਿਲਵਾੜ ਕੀਤਾ ਜਾਵੇ, ਮੈਂਟਲੀ ਹੈਰਸ ਕੀਤਾ ਜਾਵੇ, ਉਹਨੇ ਰੌਲਾ ਪਾਇਆ। ਪੁਲਿਸ ਨੇ ਕੋਈ ਪਰਚਾ ਨਹੀਂ ਦਿੱਤਾ। ਮੇਰੀ ਗੱਲ ਧਿਆਨ ਨਾਲ ਸੁਣਿਓ ਜੀ, ਕਾਰਪੋਰੇਸ਼ਨ ਜਿਹੜਾ ਅੰਮ੍ਰਿਤਸਰ ਨੇ ਪੁਲਿਸ ਮਹਿਕਮਾ ਪੁਲਿਸ ਕਮਿਸ਼ਨਰੇਟ ਉਹਨਾਂ ਕੋਲ ਸ਼ਿਕਾਇਤ ਗਈ, ਕੋਈ ਪਰਚਾ ਨਹੀਂ ਦਰਜ ਹੋਇਆ। ਰੌਲਾ ਪੈਣ ਤੋਂ ਬਾਅਦ ਲੋਕਾਂ ਦੇ ਦਬਾਅ ਤੋਂ ਬਾਅਦ ਵਿਜੀਲੈਂਸ ਸਟੈਪ ਇਨ ਕਰਦੀ ਹੈ ਔਰ ਵਿਜੀਲੈਂਸ ਪਰਚਾ ਦਿੰਦੀ ਹੈ 307 ਦਾ, 336 ਦਾ, ਡੂਇੰਗ ਐਨ ਐਕਟ ਵਿਚ ਕਾਜ਼ਸ ਡੇਂਜਰ ਟੂ ਹਿਊਮਨ ਲਾਈਫ 270 ਦਾ, ਚੀਟਿੰਗ ਦਾ, ਫੋਰਜਰੀ ਦੇ ਧਾਰਾ 467, 68, 471, डिसओबेइंग ऑफ पब्लिक ऑर्डर, ये सारा प्रिवेंशन ऑफ करप्शन एक्ट, ये कई धारावां ला के ये किन्हां दे खिलाफ परचा हुंदा है, ये सारे लोगों के खिलाफ। तुल्ली लैब, ये तुल्ली लैब वाले है कौन? EMC हस्पताल च ब्लड बैंक जिहड़ा है उहनूं सामभदे और EMC हस्पताल वाला भी विच सी पवन अरोड़ा, डॉक्टर एक होर इहदे च नो डॉक्टर महेंद्र सिंह, डॉक्टर रिदम तुल्ली, डॉक्टर संजय पिपलानी, डॉक्टर रोबिन तुल्ली, पवन अरोड़ा, मालिक EMC हस्पताल, डॉक्टर पंकज सोनी। हुण मेरे कोल जो खबर है, 1-2 दिन पहला डॉक्टर पंकज सोनी नाल आला पुलिस अधिकारियों की मीटिंग होंदी है, फिर चिट्ठी कौन बनाउंदा, चिट्ठी जाती है चंडीगढ़ों, चीफ सैकटरी की चिट्ठी विखाई। देखो कित्थों तक इन्ना प्राइवेट हस्पताल जिहड़े लोगों की जिंदगी नाल खेड रहे हैं, टेस्टिंग का फ्रॉड कर रहे हैं, ओदी चिट्ठी चीफ सैकटरी तो अप्रूव होके आई है कि नहीं। आ उल्टी गंगा पहली बारी वेखी है बहिंदी हुई कि विजिलेंस तो इंक्वायरी लैके वापस उस पुलिस फोर्स नूं देती अमृतसर नूं, जिहड़ी अगे इन्हां दे खिलाफ एक्शन नहीं लै रही सी। मदद की जा रही है, क्यों? किते ना किते पैसे का लैन देन हो गया है। ये FIR दर्ज होई नूं अज हो गए ऑलमोस्ट महीना ही हो गया, मैनूं लगदा 23/6 दी होई सी, अज 20 दिन हो गए। 23-20 दिनां च हाले तक एक बंदा नहीं फड़िया गया। सिर्फ इसलिए नहीं फड़िया गया क्योंकि किथे ना किथे ये जे सियासी बंदे दखल दे के सही काम नहीं होण दे रहे। अज इन्हां ने चिट्ठी तां लिखती, ये तां कल्ला MP साहब ने आप दी जान बचाई है चिट्ठी लिख के, क्योंकि लोग इन्हां दे आके दिवाले हो रहे सी और इन्हां ने अपने आप नूं पतली गली चों निकल आस्ते। चलो मैं इन्हां दा इसदी धन्नवादी हाँ कि अखीर च लिखदे आ कहना आई therefore request you your good self to personally intervene into this matter and transfer the probe back to Vigilance Bureau or order a judicial probe under the supervision of a sitting judge of Punjab and Haryana High Court that could get to the bottom of this matter। कहने का भाव ये वही MP ने जिन्होंने पहला PPE किट्टां च भी केंद्र नूं लिखता सीगा कि सानू भरोसा कोई नहीं, हुण पंजाब सरकार ते तुसी कर लो, इन्हां ने तां महीना 2 टपा ते कख नहीं करना। उही कुछ जो असी कहने एज ऑपोजिशन पार्टी कि सानू सरकार दी इनक्वायरियां ते भरोसा कोई नहीं, उही चिट्ठी हुण MP ने लिखती है। फिर तुसीं समझदे हो कि इन्हां हालातां च कि अमृतसर वासियों नूं जिन्हां नाल इह फ्रॉड होया, पैसे वध वसूले गए, लोगों की जिंदगी नाल खेडा गया। उत्थे हस्पताल ने 4 लाख रुपये मंगे आ कोविड की ट्रीटमेंट वास्ते, परचे च लिखिया होया सारा, मगर कोई कार्रवाई नहीं। इसलिए पैसे वाला बंदा चाहे वह कॉरपोरेशन मिनिस्टर नाल संपर्क कर लवे, चाहे इत्थे कर लवे, सारे फैसले तैश नैश हो जाते, लोगों को इंसाफ नहीं मिल रहा। आई गल्लां मैं तुहाडे कोल लियाउणी सी जी। और जिहड़ी ये गड्डियां दी खरीद की जा रही है, 5 करोड़ खर्चा जा रहा है, ये फजूल खर्ची है, ये समा नहीं, एक पासे तुहाडा खजाना खाली है, ये पैसे
ਹੈਲਥ ਇਨਫਰਾਸਟ੍ਰਕਚਰ ਵਾਸਤੇ ਜਾਂ ਆਸ਼ਾ ਵਰਕਰਸ ਦੇ ਭਲੇ ਵਾਸਤੇ ਜਾਂ ਫਾਰਮਾਸਿਸਟ ਦੀ ਜਿਹੜੀਆਂ ਡਿਮਾਂਡਾਂ ਨੇ ਉੱਥੇ ਪੈਸੇ ਖਰਚ ਹੋਣ ਜਾਂ ਮੈਡੀਕਲ ਇਨਫਰਾਸਟ੍ਰਕਚਰ ਨੂੰ ਬੈਟਰ ਕਰਨ ਵਾਸਤੇ ਹੋਵੇ। ਇਹ ਗੱਡੀਆਂ ਗੁੱਡੀਆਂ ਤੇ ਫੇਰ ਲੈ ਲੈਣ। ਗੱਡੀਆਂ ਲੈ ਕੇ ਜਾਣਾ ਕਿੱਥੇ ਜੇ ਲਾਕਡਾਊਨ ਲੱਗਿਆ? ਜਾਣਾ ਇਹਨਾਂ ਨੇ ਕਿੱਥੇ? ਘਰੋਂ ਤਾਂ ਨਿਕਲਦੇ ਨਹੀਂ ਅੱਧੇ ਇਹਨਾਂ ਚੋਂ ਬਾਹਰ। ਤੇ ਆ ਨਾਲ ਹੀ ਆਪ ਵਾਲੇ ਐਮਐਲਏ ਕਹਿੰਦੇ ਇਹਨਾਂ ਨੇ ਇਹ ਨਹੀਂ ਆਖਿਆ ਕਿ ਗੱਡੀਆਂ ਨਾ ਲਿਓ, ਉਹਨੂੰ ਕਹੀ ਜਾਂਦੇ ਕਿ ਸਾਨੂੰ ਪਹਿਲਾਂ ਦੇ ਤੁਸੀਂ ਫੇਰ ਲੈ ਲਿਓ। ਅਮਨ ਅਰੋੜਾ ਜੀ ਤਾਂ ਲੈ ਵੀ ਗਏ ਕਿਤੇ, ਪਤਾ ਨਹੀਂ ਉਹਨਾਂ ਨੂੰ ਸ਼ਾਇਦ ਇਸੇ ਲਈ ਗੱਲ ਦੀ ਗੱਡੀ ਮਿਲ ਜਾਂਦੀ ਹੈ, ਕੋਈ ਸਾਡੇ ਖਿਲਾਫ ਮੋਰਚਾ ਖੋਲਦੇ। ਚਲੋ ਉਹਨਾਂ ਦਾ ਮੈਂ ਭਲਾ ਹੀ ਮੰਗਦਾ, ਇੱਕ ਦੀ ਜਗ੍ਹਾ ਉਹਨੂੰ 2 ਦੇ ਦਿਓ ਜੋ ਕੱਲ ਸਵਾਲ ਸਾਨੂੰ ਇੱਕ ਹੋਰ ਪਾਉਂਦਾ। ਮਗਰ ਤੁਸੀਂ ਪਹਿਲਾਂ ਆਸ਼ਾ ਵਰਕਰਾਂ ਦਾ ਫਿਕਰ ਕਰੋ, ਫਾਰਮਾਸਿਸਟਾਂ ਦਾ ਫਿਕਰ ਕਰੋ। ਹਾਂਜੀ ਆ ਖਬਰ ਨਹੀਂ ਤੁਸੀਂ ਅੱਜ ਆਈ ਆ, ਇਹਦੀ 2 ਸਾਲ ਹੋ ਗਏ ਜੀ। ਉਹ ਤੇ ਇਹਦੀ ਹੈ ਜੀ 19 ਦੀ ਹੈ, ਮਾਰਚ 19 ਦੀ ਐਗਜ਼ੈਕਟ ਡੇਟ ਹੈ ਜੀ 22 ਮਾਰਚ 25/3/19 ਨੂੰ ਜੀ। ਇਹ ਤਾਂ ਮੁੱਖ ਮੰਤਰੀ ਤੋਂ ਵੀ ਕਾਬਲ ਹੈ। ਮੈਂ ਕਹਿੰਦਾ ਇਹਨੂੰ ਚਾਰਜ ਆ ਸੁੱਖੀ ਰੰਧਾਵਾ ਦਵਾ ਦੇਵੇ, ਕਿਉਂਕਿ ਤਨਖਾਹ ਤਾਂ ਇਹਨੂੰ ਵੱਧ ਦਿੰਦੇ ਆ। ਕਾਬਲ ਹਾਈਐਸਟ ਪੇਡ ਬੰਦਾ ਹੈ ਪੰਜਾਬ 'ਚ ਅੱਜ ਦੀ ਡੇਟ 'ਚ, ਚੀਫ ਸੈਕਟਰੀ ਨਾਲੋਂ ਵੱਧ ਸੈਲਰੀ ਲੈ ਰਹੇ। ਕੋਈ ਵੱਡੀ ਸਲਾਹ ਦਿੰਦੇ ਹੋਣੀ, ਐਡੀ ਸਲਾਹ ਤਾਂ ਆ ਬੀਬੀ ਜੀ ਕੋਲੋਂ ਨਹੀਂ ਦਿੱਤੀ ਜਾਂਦੀ ਹੋਣੀ। ਨਹੀਂ ਤੁਸੀਂ ਦੇਖ ਹੀ ਲਿਆ ਜੀ ਕਿ ਇਹ ਜਿਹੜਾ ਪਹਿਲੀ ਗੱਲ ਹੈ, ਹੋਰ ਪਲੀਜ਼ ਤੁਸੀਂ ਕਰਿਓ ਇਨਵੈਸਟੀਗੇਟਿਵ ਜਰਨਲਿਜ਼ਮ। EMC ਹਸਪਤਾਲ ਸਰਕਾਰੀ ਥਾਂ ਸੀ, ਚੈਰੀਟੇਬਲ ਹਸਪੀਟਲ ਦੀ ਜਗ੍ਹਾ ਦਿੱਤੀ ਗਈ ਤੇ ਉੱਥੇ ਚੈਰਿਟੀ ਤਾਂ ਹੁੰਦੀ ਨਹੀਂ, ਉੱਥੇ ਤਾਂ ਲੋਕਾਂ ਨਾਲ ਫਰਜ਼ੀ ਕੰਮ ਹੁੰਦੇ ਆ, ਮਤਲਬ ਫਰਾਡ ਹੁੰਦਾ। ਕਿਉਂ ਨਹੀਂ ਉਹਦਾ ਲਾਇਸੈਂਸ ਕੈਂਸਲ ਹੁੰਦਾ? ਕਿਉਂ ਨਹੀਂ ਉਹ ਜਗ੍ਹਾ ਵਾਪਸ ਲਈ ਜਾਂਦੀ? ਇੰਨੀ ਲੰਮਾ ਸਮਾਂ ਕਿਉਂ ਦਿੱਤਾ ਜਾ ਰਿਹਾ? ਸੁਭਾਵਿਕ ਹੈ ਕਿ ਹੁਕਮਰਾਨ 'ਚ ਕੁਝ ਲੋਕ ਬੈਠੇ ਆ, ਚਾਹੇ ਜਿਨ੍ਹਾਂ ਦਾ ਨਾਂ ਤੁਸੀਂ ਲਿਆ, ਚਾਹੇ ਕੁਝ ਹੋਰ ਲੋਕ ਹੈ ਜਿਹੜੇ ਇਹਨਾਂ ਦੀ ਮਦਦ ਕਰ ਰਹੇ ਆ। ਹੁਣ ਮਦਦ ਉਹ ਮੁਫਤ 'ਚ ਤਾਂ ਕਰਦੇ ਨਹੀਂ, ਤਾਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਹੁਣ ਇਸ ਗੱਲ ਦੀ ਇਨਕੁਆਇਰੀ ਹੋਵੇ ਜੱਜ ਸਾਹਿਬ ਕੋਲੋਂ ਕਿ ਕਿਹਨੇ ਕਿੰਨੇ ਪੈਸੇ ਲਏ, ਔਰ ਇਹ ਇਨਕੁਆਇਰੀ ਠੱਪ ਕਰਾਉਣ ਤੁਰਿਆ। ਕਿਉਂਕਿ ਜਦ ਕੋਰਟ 'ਚ ਇਹ ਗੱਲ ਜਾਊਗੀ ਕਿ ਪੰਜਾਬ ਸਰਕਾਰ ਨੇ ਤਾਂ ਹੁਣ ਵਿਜੀਲੈਂਸ ਤੋਂ ਬਦਲ ਕੇ ਇਨਕੁਆਇਰੀ ਪੁਲਿਸ ਨੂੰ ਦੇ ਦਿੱਤੀ ਹੈ, ਤੇ ਸਿੱਧਾ ਐਡਵਾਂਟੇਜ ਜਿਨ੍ਹਾਂ ਦੀਆਂ ਬੇਲਾਂ ਲੱਗੀਆਂ ਉਹਨਾਂ ਨੂੰ ਮਿਲੂਗਾ ਔਰ ਉਹਨਾਂ ਨੂੰ ਫਾਇਦਾ ਹੋ ਜਾਊਗਾ, ਲੋਕ ਤਰਸਦੇ ਰਹਿ ਜਾਣਗੇ। ਬਿਲਕੁਲ ਕੀਤਾ ਗਿਆ ਜੀ, ਸੀਨੀਅਰ ਅਫਸਰਾਂ ਨੂੰ ਵੀ ਥ੍ਰੈਟ ਕੀਤਾ ਗਿਆ। ਮੈਂ ਤਦੇ ਪੁੱਛ ਰਿਹਾ, ਤੁੱਲੀ ਲੈਬ ਦਾ ਤਾਂ ਅਸੀਂ ਨਾਂ ਨਹੀਂ ਸੁਣਿਆ ਸੀ ਕਦੇ ਅੰਮ੍ਰਿਤਸਰ 'ਚ, ਇਹ ਰੌਲੇ ਤੋਂ ਬਾਅਦ ਸੁਣ ਲਿਆ। ਵੱਡੀਆਂ ਲੈਬਾਂ ਨੂੰ ਛੱਡ ਕੇ ਇੱਕ ਲੈਬ ਦਾ ਪ੍ਰਚਾਰ ਕਰ ਰਿਹਾ ਕਿ ਅੱਜ ਇਹ ਇੰਨੇ ਟੈਸਟ ਕਰ ਰਿਹਾ, ਆਉਣ ਵਾਲੇ ਸਮੇਂ 'ਚ 1000 ਟੈਸਟ ਰੋਜ਼ ਕਰੂਗਾ। ਇਹ ਤਾਂ ਉਹਦੇ ਬਣ ਗਏ ਸੇਲਸਮੈਨ ਬਣ ਗਏ। ਉਹਦੇ ਪਿੱਛੇ ਡਾਕਟਰ ਬਲਬੀਰ ਸਿੱਧੂ ਦਾ ਹੱਥ, ਡਾਕਟਰ ਹੀ ਆ। ਜਦੋਂ ਸਾਰਾ ਕੁਝ ਹੀ ਗੋਲਮਾਲ ਕਰ ਦੇਣਾ ਤੇ ਫਿਰ ਉਹਦੀ ਕਲਾਕਾਰੀ ਆ। ਦੇਖੋ ਪੰਜਾਬ ਪੁਲਿਸ ਨੂੰ ਇੱਕ ਗੱਲ ਦੀ ਤਾਂ ਵਧਾਈ ਦਿੰਦਾ ਮੈਂ ਕੈਪਟਨ ਸਾਹਿਬ ਨੂੰ ਕਿ ਕਰੋਨਾ ਮਾਰਨ ਦਾ ਇਹਨਾਂ ਨੇ ਦੁਨੀਆ 'ਚ ਨਵੇਕਲਾ ਹੀ ਕਦਮ ਲੱਭਿਆ। ਇੱਕ ਤਾਂ ਡਾਂਗ ਮਰਵਾਉਂਦੇ ਪੰਜਾਬ ਪੁਲਿਸ ਤੋਂ, ਤਾਂ ਇਹ ਕਰੋਨਾ ਮਾੜੀ ਮੋਟੀ ਕਾਬੂ ਕਰ ਲੈਂਦੇ, ਜਾਂ ਇਹ ਜਿਹੀਆਂ ਲੈਬਾਂ ਨੂੰ ਦੇ ਦਿੰਦੇ ਕੰਮ ਜਿਹੜਾ ਨੈਗੇਟਿਵ ਦਾ ਪੋਜ਼ਿਟਿਵ, ਪੋਜ਼ਿਟਿਵ ਦਾ ਨੈਗੇਟਿਵ, ਤੇ ਜਿਹੜਾ ਆ ਫਿਗਰਸ ਬਜਿੰਗ ਕਹਿੰਦੇ ਜਿਹਨੂੰ ਅਸੀਂ, ਗੋਲਮਾਲ ਜਿਹੜਾ ਕਾਗਜ਼ਾਂ 'ਚ ਕਰ ਦਿੰਦੇ। ਤਦੇ ਹੁਣ ਐਡਾ ਕਹਿਰ ਫੈਲ ਰਿਹਾ। ਅਸਲੀਅਤ ਕੁਝ ਹੋਰ ਹੈ, ਕੰਮ ਕੁਝ ਹੋਰ ਹੋਈ ਜਾ ਰਿਹਾ। ਇਸ ਲਈ ਇਹਦੇ ਸਾਰੇ ਕੰਮ ਲਈ ਤਾਂ ਵੱਡਾ ਧੰਨਵਾਦ ਡਾਕਟਰ ਬਲਵੀਰ ਸਿੰਘ ਜੀ ਸਿੱਧੂ ਸਾਹਿਬ ਦਾ ਹੀ ਕਰਨਾ ਵਾ। ਆ 13 ਕਰੋੜ ਦਾ ਟੈਂਡਰ ਸੀ ਜਿਹੜਾ ਇਹਨਾਂ ਨੂੰ ਦੇਣ ਲੱਗੇ ਸੀ, ਕਾਰਪੋਰੇਸ਼ਨ ਨੇ, ਅੰਮ੍ਰਿਤਸਰ ਕਾਰਪੋਰੇਸ਼ਨ ਨੇ। ਇਹ ਸਹੀ ਗੱਲ ਹੈ ਜੀ। ਤੁਸੀਂ ਆਪ ਭਗਵੰਤ ਮਾਨ ਜੀ ਨੂੰ ਸਵਾਲ ਕੀਤਾ ਕਿ ਕਿੱਥੋਂ? ਤੁਸੀਂ ਆਪ ਕੀਤਾ ਕਿ ਕਿਹਨਾਂ ਨੇ ਕੀਤਾ? ਨਹੀਂ ਉਹ ਨਹੀਂ, ਕਿਸੇ ਨੇ ਪਰਸਨਲੀ ਕੀਤਾ ਕਿ ਦੂਰੋਂ? ਫਿਰ ਪਤਾ ਨਹੀਂ ਨਾ ਤੁਹਾਨੂੰ। ਪਹਿਲਾਂ ਤਾਂ ਉਹਦਾ ਵੀ ਟੈਸਟ ਕਰਨਾ ਪੈਂਦਾ, ਉਹ ਜਿਹੜਾ ਫੂਕ ਮਾਰ ਕੇ ਜਿਹੜਾ ਹੁੰਦਾ, ਉਹ ਕੀ ਟੈਸਟ ਕਹਿੰਦੇ ਉਹਨੂੰ, ਕਿ ਜੀ ਜਿਹੜਾ ਸੋਫੀ ਆ ਕਿ ਨਹੀਂ ਆ, ਪਹਿਲਾਂ ਉਹ ਟੈਸਟ ਕਰੋ, ਫਿਰ ਮੈਂ ਉਹਦੀ ਗੱਲ ਦਾ ਜਵਾਬ ਦਊਂ। ਐ ਤਾਂ ਮੈਂ ਕੇਜਰੀਵਾਲ ਸਾਹਿਬ ਖਿਲਾਫ ਵੀ ਕੁਛ ਨਹੀਂ ਬੋਲਦਾ, ਤੇ ਫਿਰ ਮੇਰੀ ਉਹਦੇ ਨਾਲ ਕੀ ਸਾਂਠ ਗਾਠ ਇਹਨੂੰ ਪਤਾ। ਇਸ ਲਈ ਉਹ ਨਾ ਮੇਰਾ ਫਿਕਰ ਕਰੋ, ਬਾਲਾ ਉਹਦਾ ਦਿਲ ਨੂੰ ਵੀ ਨਾ ਲਾਇਆ ਕਰੋ। ਉਹਨੇ ਇਹੀ ਦੱਸਣਾ ਸੀ ਕਿ ਮੈਂ ਮੁੜਿਆ ਆਇਆ, ਮੇਰੀ ਲੱਥ ਗਈ ਹੈ, ਹੁਣ ਮੈਨੂੰ ਸਵਾਲ ਕਰ ਲਓ, ਤੁਹਾਨੂੰ ਦੱਸਣਾ ਸੀ, ਹੋਰ ਕੋਈ ਕਾਰਨ ਨਹੀਂ। ਇਸ ਲਈ ਡੋਂਟ ਟੇਕ ਹਿਮ ਟੂ ਸੀਰੀਅਸਲੀ, ਹਿਜ਼ ਓਨ ਫੈਮਿਲੀ ਡਜ਼ਨਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।